गुड मॉर्निंग ऑल। मैं मोनिका मेहता साइंस मिस्टर GSS लोगड़ अज ਤੁਹਾਨੂੰ करा रहे हैं ग्रेविटेशनल गुरुत्वाकर्षण बल। क्या होंगे है ग्रेविटेशन फोर्स क्या। फस्ट वी कम टू नो वट इज़ द ऑर्बिटल। दिस इज़ द ग्रह पथ की होंगे जिस दे विच स्टार्स प्लैनट्स मून अपने पीरियोडिकली रेवोल्यूशन करते अपने ग्रह पथ च घूमते है उन्होंने की कहने असी ऑर्बिटल कहने। इन विच दे रिवॉल्व सराउंड एनी अदर planet moon or object that is known as orbital. What is the gravity? Why does it occurs? क्यों पैदा होंदी है gravity? ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਧਰਤੀ ਹੈ ਸੂਰਜ ਦੇ ਦੁਆਲੇ ਘੁੰਮਦੀ ਆ ਔਰ ਚੰਦਰਮਾ ਧਰਤੀ ਦੇ ਦੁਆਲੇ, ਤਾਂ ਇਹਨਾਂ ਦੇ ਵਿੱਚ ਇੱਕ ਅਟਰੈਕਟਿਵ ਫੋਰਸ ਹੈਗੀ ਆ। ਜਿਵੇਂ ਉਹ ਧਰਤੀ ਤੇ ਚੰਦ ਦੇ ਦੁਆਲੇ ਮੂਨ ਔਰ ਸਨ ਤੇ ਅਰਥ ਦੇ ਵਿੱਚ, ਇਸ ਦੇ ਕਰਕੇ ਜੋ ਹੈ ਗ੍ਰੈਵੀਟੇਸ਼ਨਲ ਪੁੱਲ ਪੈਦਾ ਹੁੰਦਾ। ਸਭ ਤੋਂ ਪਹਿਲਾਂ ਇਸ ਚੀਜ਼ ਦਾ ਆਈਡੀਆ ਕਿਹਦੇ ਵਿੱਚ ਆਇਆ? ਨਿਊਟਨ ਇੱਕ ਐਪਲ ਨੂੰ ਫੋਲ ਕਰਦੇ ਦੇਖਿਆ ਤਾਂ ਉਹਨੇ ਸੋਚਿਆ ਕਿ ਐਪਲ ਨੀਚੇ ਹੀ ਕਿਉਂ ਆ ਰਹੇ ਹੈ, ਉੱਪਰ ਕਿਉਂ ਨਹੀਂ ਜਾ ਰਹੇ। ਤਾਂ ਉਸ ਤੋਂ ਉਸਨੇ ਕਨਕਲੂਜ਼ਨ ਕੱਢਿਆ ਕਿ ਅਰਥ ਦਾ ਕੁਝ ਆਕਰਸ਼ਣ ਬਲ ਹੈਗਾ ਜਿਸ ਦੇ ਕਰਕੇ ਐਪਲ ਕੀ ਹੈ ਨੀਚੇ ਆ ਰਿਹਾ। ਦੈਟ ਇਜ਼ ਨੋਨ ਐਜ਼ ਦੀ ਗ੍ਰੈਵਿਟੀ। ਲਾ ਆਫ ਗ੍ਰੈਵਿਟੀ ਗਿਵਨ ਬਾਈ ਦੀ ਨਿਊਟਨ। ਐਨੀ ਓਬਜੈਕਟ ਜਿਵੇਂ ਸਨ ਐਂਡ ਅਰਥ ਹੈ, ਇਹਨਾਂ ਦੇ ਵਿਚਕਾਰ ਇਹਦਾ ਮਾਸ ਠੀਕ ਹੈ ਕੈਪੀਟਲ M ਔਰ ਸਮਾਲ ਕੁਝ ਮਾਸ ਹੋਏਗਾ। ਇਹਨਾਂ ਦੇ ਵਿਚਕਾਰ ਡਿਸਟੈਂਸ ਕਿੰਨੀ ਆ R। ਤਾਂ ਜਿਹੜੀ ਇਹਨਾਂ ਦੇ ਵਿੱਚ ਫੋਰਸ ਲੱਗ ਰਹੀ ਹੈ ਉਹ ਮਾਸ ਦੀ ਪ੍ਰੋਡਕਟ ਔਰ ਡਿਸਟੈਂਸ ਦੇ ਸਕੇਅਰ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ। ਦਿਸ ਇਜ਼ ਨੋਨ ਐਜ਼ ਲਾ ਆਫ ਗ੍ਰੈਵਿਟੀ ਗਿਵਨ ਬਾਏ न्यूटन ने कहा कि F जो है फोर्स इज़ डायरेक्टली प्रोपोर्शनल टू दी प्रोडक्ट ऑफ देयर मासेस एंड इनवर्सली प्रोपोर्शनल टू दी स्केयर ऑफ दी डिस्टेंस एंड G इज़ हेयर ग्रेविटेशनल कॉन्सटेंट। G दी वैल्यू असी कढ़ सकते हैं इदा नुमैरिकल्स इन्हें पुट किते है किसी बॉडी ते मून का मास पुट किया उन्होंने दे विचकारली डिस्टेंस, तो तुसी फोर्स पता लगा सकते हो। वट इज़ फोर्स ऑफ अट्रैक्शन बिटवीन ए बॉडी एंड मून एक्सर्ट ऑन ईच अदर। हाउ द वैल्यू ऑफ G कम्स टू बी 6.6 10 the power 7। वी कैन कैलकुलेट द वैल्यू ऑफ G by putting the mass of earth and sun and distance between them। ਤਾਂ ਇੱਦਾਂ G ਦੀ ਵੈਲਿਊ 6.67 10 ਦੀ ਪਾਵਰ -11 ਨਿਊਟਨ ਮੀਟਰ ਸਕੇਅਰ ਪਰ kg ਸਕੇਅਰ। ਇਹ ਯਾਦ ਹੀ ਕਰਨੀ ਹੈਗੀ ਆ। ਤਾਂ ਇੱਕ ਕੌਂਸਟੈਂਟ ਵੈਲਿਊ ਨੂੰ ਗ੍ਰੈਵੀਟੇਸ਼ਨਲ ਕੌਂਸਟੈਂਟ ਕਹਿੰਦੇ ਆ, ਗੁਰਤਾਕਰਸ਼ਣ ਬਲ ਦਾ ਕੌਂਸਟੈਂਟ ਕਹਿੰਦੇ ਆ। ਨਿਊਟਨ ਲਾ ਆਫ ਗ੍ਰੈਵੀਟੇਸ਼ਨ। ਨਿਊਟਨ ਨੇ ਕਿਹਾ ਕਿ ਹਰ ਇੱਕ ਚੀਜ਼ ਇੱਕ ਦੂਜੇ ਨੂੰ ਅਟਰੈਕਟ ਕਰਦੀ ਹੈ ਯੂਨੀਵਰਸ ਦੇ ਵਿੱਚ। ਜਿੰਨੀਆਂ ਵੀ ਵੱਡੀਆਂ ਚੀਜ਼ਾਂ ਹੋਣਗੀਆਂ ਉਨੀ ਜ਼ਿਆਦਾ ਸਟਰੋਂਗ ਫੋਰਸ ਹੋਏਗੀ। ਇਹ ਕੀ ਸੀਗਾ? ਨਿਊਟਨ ਦਾ ਲਾ। ਗ੍ਰੈਵਿਟੀ ਕਿਆ ਹੈ? ਬਿਟਵੀਨ ਦੀ ਅਟਰੈਕਸ਼ਨ ਬਿਟਵੀਨ ਦੀ ਟੂ ਮਾਸਸ, ਦੋ ਮਾਸਸ ਦੇ ਵਿੱਚ ਜੋ ਆਕਰਸ਼ਣ ਬਲ ਹੈ ਉਸਨੂੰ ਅਸੀਂ ਕੀ ਕਹਿੰਦੇ ਆ? ਗ੍ਰੈਵਿਟੀ ਕਹਿੰਦੇ ਆ। ਜੇ ਫੋਰਸ ਘੱਟ ਹੋਏਗੀ ਠੀਕ ਹੈ ਲਾਰਜ ਸਾਈਜ਼ ਦੀਆਂ ਚੀਜ਼ਾਂ ਤਾਂ ਉਹਨਾਂ ਦੇ ਵਿੱਚ ਕਿਆ ਹੈ? ਫੋਰਸ ਆਫ ਅਟਰੈਕਸ਼ਨ ਕੀ ਹੈ? ਜ਼ਿਆਦਾ ਹੋਏਗੀ। ਜਿਵੇਂ ਅਰਥ ਔਰ ਸਟਾਰ ਹੈ। ਬਟ ਇਟ ਇਜ਼ ਆਲਸੋ ਛੋਟੀਆਂ ਚੀਜ਼ਾਂ ਦੇ ਵਿੱਚ ਵੀ ਜਿਵੇਂ ਐਟਮਸ ਹੈ ਤੇ ਉਹ ਵੀ ਇੱਕ ਦੂਸਰੇ ਨੂੰ ਅਟਰੈਕਟ ਕਰਨਗੇ ਠੀਕ ਹੈ। ਵੱਡੀਆਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੋਏਗੀ, ਛੋਟੀਆਂ 'ਚ ਵੀ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ ਪਰ ਘੱਟ ਹੁੰਦੀ ਹੈ। ਨਾਓ ਟੂ ਲਰਨ ਅਬਾਊਟ ਦੀ ਗ੍ਰੈਵਿਟੀ ਵੀ ਹੈਵ ਟੂ ਕਮ ਟੂ ਅਬਾਊਟ ਵਟ ਇਜ਼ ਮੈਟਰ ਐਂਡ weight। मैटर इज़ mass is whatever space occupied। the mass of the body is the quantity of matter। किन्नी ਉਹਨੇ मतलब मैटर ऑक्यूपाई किया है स्केलर राशि है। दी यूनिट्स क्या होएगी मास दी? किलोग्राम। मास बॉडी का हर जगह ते कॉन्सटेंट हुंदा, वो चेंज नहीं हुंदा। मास कदे भी जीरो नहीं हो सकता। मास कांट बी जीरो। बट वेट ऑफ बॉडी इज़ दी फोर्स ਜਿਹਦੇ ਨਾਲ ਵਿਦ ਵਿੱਚ ਇਟ ਇਜ਼ ਅਟਰੈਕਟਡ ਟੂਵਰਡ ਦੀ ਸੈਂਟਰ ਆਫ ਅਰਥ। ਵੇਟ ਕੀ ਹੈ? ਜਦੋਂ ਮਾਸ ਨੂੰ ਗ੍ਰੈਵਿਟੀ ਦੇ ਨਾਲ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਨਾਲ ਮਲਟੀਪਲਾਈ ਕਰਦੇ ਹਾਂ ਤਾਂ ਉਹ ਕੀ ਆ ਜਾਂਦਾ? ਵੇਟ। ਮੀਨਸ ਇਹ ਗ੍ਰੈਵਿਟੀ ਹੈ ਜਿਹੜੀ ਇੱਕ ਮਾਸ 'ਤੇ ਲੱਗਦੀ ਹੈ ਤਾਂ ਦੈਟਸ ਵਾਈ ਵੇਟ ਠੀਕ ਹੈ। ਤਾਂ ਇਹਦੀਆਂ ਯੂਨਿਟਸ ਕਿਆ ਹੋਣਗੀਆਂ ਵੇਟ ਦੀਆਂ? ਨਿਊਟਨ। ਵੇਟ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ
ਚੇਂਜ ਹੁੰਦਾ ਰਹਿੰਦਾ। ਇਨ ਦੀ ਸੈਂਟਰ ਵੇਟ ਕੀ ਹੈ ਆਫ ਦੀ ਅਰਥ 0 ਹੋ ਜਾਂਦਾ। ਵੇਟ ਐਟ ਦੀ ਸੈਂਟਰ, ਕਿਉਂਕਿ ਉੱਥੇ ਗ੍ਰੈਵੀਟੇਸ਼ਨਲ ਐਕਸਲਰੇਸ਼ਨ ਕੀ ਹੁੰਦਾ, 0 ਹੁੰਦਾ। ਪਰ ਅਸੀਂ ਮੂਨ 'ਤੇ ਜਾਈਏ ਤਾਂ ਵੇਟ ਕੀ ਹੈ 1/6 ਰਹਿ ਜਾਏਗਾ, ਕਿਉਂਕਿ ਮੂਨ ਦਾ ਗ੍ਰੈਵੀਟੇਸ਼ਨਲ ਪੁੱਲ ਕੀ ਹੈ 1/6 ਹੈ। ਔਰ ਵੇਟ ਚੇਂਜਸ ਫਰੋਮ pole and equator. We will see later on how the weight changes on the equator and pole. First we derive the equation. We have done from the universal law ki force is directly proportional to the product of masses and inversely proportional to the square of distance between them, and also from the Newton second law F equal to ma. A ਕੀ ਹੈ acceleration due to gravity, ਉਹਦੀ ਜਗ੍ਹਾ ਤੁਸੀਂ ਐਕਸਲਰੇਸ਼ਨ ਦੀ ਜਗ੍ਹਾ g ਪੁੱਟ ਕਰ ਸਕਦੇ ਹੋ। a ਦੀ ਜਗ੍ਹਾ ਵੈਲਿਊ ਕੀ ਪੁੱਟ ਕੀਤੀ ਹੈ g, ਤਾਂ ਇਹ ਦੋਨੋਂ ਇਕੁਅਲ ਹੋ ਗਿਆ। ਵੀ ਕੈਨ ਕੱਟ ਤਾਂ ਸਮਾਲ g ਦੀ ਵੈਲਿਊ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਕੀ ਆ ਜਾਏਗੀ, ਗ੍ਰੈਵੀਟੇਸ਼ਨਲ ਕਾਂਸਟੈਂਟ, ਮਾਸ ਆਫ ਅਰਥ ਐਂਡ ਡਿਸਟੈਂਸ ਬਿਟਵੀਨ ਦੀ ਸਕੇਅਰ ਆਫ ਦੀ ਡਿਸਟੈਂਸ ਬਿਟਵੀਨ ਦੀ ਅਰਥ ਐਂਡ ਓਬਜੈਕਟ, ਉਹਨਾਂ ਦੇ ਸੈਂਟਰ 'ਚ ਜੋ ਡਿਸਟੈਂਸ ਹੈਗੀ ਆ ਉਹਦੇ ਸਕੇਅਰ ਦੇ। ਤਾਂ ਇੱਦਾਂ ਗ੍ਰੈਵੀਟੇਸ਼ਨਲ ਕਾਂਸਟੈਂਟ ਪਤਾ ਕਰ ਸਕਦੇ ਹਾਂ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਵੈਲਿਊ ਪਤਾ ਕਰਨੀ ਹੈ, ਤੁਸੀਂ ਗ੍ਰੈਵੀਟੇਸ਼ਨਲ ਕਾਂਸਟੈਂਟ, ਮਾਸ ਆਫ ਅਰਥ ਭਰੋਗੇ, ਡਿਸਟੈਂਸ ਬਿਟਵੀਨ ਓਬਜੈਕਟ ਐਂਡ ਮਾਸ ਭਰ ਕੇ ਜੀ ਦੀ ਵੈਲਿਊ ਕਿੰਨੀ ਆ ਜਾਂਦੀ ਹੈਗੀ ਆ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਗੁਰਤਾ ਪ੍ਰਵੇਗ ਦੀ ਵੈਲਿਊ ਕਿੰਨੀ ਆ ਜਾਂਦੀ ਹੈ 9.8 ਨਿਊਟਨ ਮੀਟਰ ਸਕੇਅਰ। ਠੀਕ ਹੈ, ਇੱਦਾਂ ਕੈਲਕੂਲੇਟ ਕਰ ਸਕਦੇ ਆ। ਅਗੇਨ ਵੀ ਹੈਵ ਸ਼ੋਨ ਕਿ ਕਿਸੇ ਦਾ ਮਾਸ 70 kg ਹੈ ਤਾਂ ਉਹਦਾ ਵੇਟ ਕਿੰਨਾ ਹੋਏਗਾ 686। ਹਾਊ ਦਿਸ ਕਮ, ਵੀ ਹੈਵ ਮਲਟੀਪਲਾਈ ਵਿਦ 9.8, ਮਾਸ ਨੂੰ ਵੇਟ ਨਾਲ ਮਲਟੀਪਲਾਈ ਕੀਤਾ, ਮਾਸ ਨੂੰ ਗ੍ਰੈਵਿਟੀ ਦੇ ਨਾਲ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਪਿੱਛੇ ਫਾਰਮੂਲਾ ਦਿੱਤਾ ਸੀ। ਇਸੇ ਤਰ੍ਹਾਂ ਹੀ ਇਨ ਦੀ ਆਊਟਰ ਸਪੇਸ ਕਿਸੇ ਦਾ ਮਾਸ 70 ਹੈ ਤਾਂ ਉੱਥੇ ਵੇਟਲੈਸਨੈਸ ਹੋ ਜਾਂਦੀ ਹੈ। ਵੇਟ ਕੀ ਹੋਏਗਾ 0 ਹੋ ਜਾਂਦਾ, ਕਿਉਂਕਿ ਨੋ ਗ੍ਰੈਵਿਟੀ, ਜੀ ਦੀ ਵੈਲਿਊ 0 ਹੈ। ਜਦੋਂ ਮਾਸ ਨੂੰ ਗ੍ਰੈਵਿਟੀ ਨਾਲ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਨਾਲ ਮਲਟੀਪਲਾਈ ਕਰਦੇ ਆ, ਆਨਸਰ ਕਮਸ ਟੂ ਬੀ 0। ਦੈਟਸ ਵਾਈ ਕਿ ਸਪੇਸ ਦੇ ਵਿੱਚ ਗ੍ਰੈਵਿਟੀ ਦੀ ਵੈਲਿਊ ਕਿੰਨੀ ਹੈਗੀ ਹੈ 0 ਹੁੰਦੀ ਹੈ। ਮਾਸ ਵਟੀਵਰ ਮੈਟਰ ਆਕੂਪਾਈਡ ਬਾਈ ਦੀ ਓਬਜੈਕਟ, ਉਹਨੂੰ ਮਾਸ ਕਹਿੰਦੇ ਆ। ਵੇਟ ਜਿਹੜੀ ਆ ਫੋਰਸ ਡਿਊ ਟੂ ਗ੍ਰੈਵਿਟੀ, ਉਹ ਕੀ ਹੋਏਗਾ ਵੇਟ ਹੋਏਗਾ। ਯੂ ਕੈਨ ਸੀ ਕਿ ਵੇਟ ਅਰਥ 'ਤੇ ਅਗਰ 10 ਹੈ ਤਾਂ ਮੂਨ 'ਤੇ ਕਿੰਨਾ ਰਹਿ ਜਾਏਗਾ 10/6 ਮੀਨਸ 1.6। ਸਪੇਸ 'ਚ ਕਿੰਨਾ ਵੇਟ ਰਹਿ ਜਾਏਗਾ ਉਹਦਾ 0। ਠੀਕ ਹੈ, ਮਾਸ ਸਭ ਜਗ੍ਹਾ 10 kg ਰਹੇਗਾ, ਔਰ ਫੋਰਸ ਅਰਥ 'ਤੇ ਕਿੰਨੀ ਲੱਗ ਰਹੀ ਹੈ 98 ਨਿਊਟਨ, ਮੂਨ 'ਤੇ 16 ਨਿਊਟਨ, ਔਰ ਵੇਟ ਇਨ ਦੀ ਸਪੇਸ ਕਿੰਨਾ ਹੋ ਜਾਏਗਾ 0। ਦਿਸ ਇਜ਼ ਡਿਊ ਟੂ acceleration due to gravity. How do the gravity measure explain the earth true shape? ਅਸੀਂ ਗ੍ਰੈਵਿਟੀ ਨੂੰ ਅਸੀਂ ਸੋਚਦੇ ਹਾਂ ਕਿ ਜੋ ਅਰਥ ਹੈ ਉਹ ਕੀ ਹੈ, ਇੱਕ ਐਲਿਪਟੀਕਲ ਹੈਗੀ ਹੈ। ਤਾਂ ਇਹਦਾ ਕਿਸੇ ਚੀਜ਼ ਦਾ ਵੇਟ ਕੀ ਹੈ ਇਕੁਏਟਰ 'ਤੇ ਘੱਟ ਹੁੰਦਾ ਔਰ ਪੋਲਸ 'ਤੇ ਜ਼ਿਆਦਾ ਹੁੰਦਾ। ਇਸ ਨੂੰ ਤੁਸੀਂ ਕਿੱਦਾਂ ਅੰਡਰਸਟੈਂਡ ਕਰ ਸਕਦੇ ਹੋ, ਅਸੀਂ ਹੁਣ ਹੀ ਕੀਤਾ G = m r ਸਕੇਅਰ। ਇਨਵਰਸਲੀ ਪ੍ਰਪੋਰਸ਼ਨਲ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਰੇਡੀਅਸ ਅਪੋਨ ਰੇਡੀਅਸ ਕਿਹੜਾ, ਇਕੁਏਟਰ ਵਾਲਾ ਰੇਡੀਅਸ ਕੀ ਹੈ ਜ਼ਿਆਦਾ ਹੈਗਾ, ਪੋਲ ਵਾਲਾ ਰੇਡੀਅਸ ਕਿਆ ਹੈ ਘੱਟ ਹੈਗਾ। ਤਾਂ ਜੀ ਦੀ ਵੈਲਿਊ ਇਨਵਰਸਲੀ ਪ੍ਰਪੋਰਸ਼ਨਲ ਟੂ ਆਰ ਸਕੇਅਰ ਹੈ। ਠੀਕ ਹੈ, ਰੇਡੀਅਸ ਜ਼ਿਆਦਾ ਤਾਂ ਇਕੁਏਟਰ 'ਤੇ ਗ੍ਰੈਵਿਟੀ ਕੀ ਹੋਊਗੀ ਘੱਟ ਹੋਏਗੀ। ਘੱਟ ਹੈ ਤਾਂ ਵੇਟ ਕੀ ਹੈ ਇਕੁਏਟਰ 'ਤੇ ਘੱਟ ਆਏਗਾ, ਔਰ ਇੱਥੇ ਕੀ ਹੈ ਵੇਟ ਕਿਸੇ ਵੀ ਉਸੇ ਚੀਜ਼ ਦਾ ਵੇਟ ਕੀ ਹੈ ਜ਼ਿਆਦਾ ਮੇਜ਼ਰ ਕਰੋਗੇ। ਤਾਂ ਇਹੀ ਹੈ ਡਿਊ ਟੂ ਗ੍ਰੈਵਿਟੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਇਨਵਰਸਲੀ ਪ੍ਰਪੋਰਸ਼ਨਲ ਟੂ ਸਕੇਅਰ ਆਫ ਦੀ ਰੇਡੀਅਸ ਔਰ ਡਿਸਟੈਂਸ ਬਿਟਵੀਨ ਦੀ ਓਬਜੈਕਟ ਐਂਡ ਦੀ ਅਰਥ। ਤਾਂ ਇਸ ਕਰਕੇ ਇਕੁਏਟਰ 'ਤੇ ਵੇਟ ਉਸੇ ਓਬਜੈਕਟ ਦਾ, ਜਿਸ ਤਰ੍ਹਾਂ ਇਹਨਾਂ ਨੇ ਆ ਦਿਖਾਇਆ ਹੈਗਾ। ਠੀਕ ਹੈ, ਪੋਲ 'ਤੇ ਵੇਟ ਕੀ ਹੈ ਜ਼ਿਆਦਾ ਆ ਰਿਹਾ ਉਸੇ ਚੀਜ਼ ਦਾ, ਅਤੇ ਇਕੁਏਟਰ 'ਤੇ ਵੇਟ ਕੀ ਹੈ ਲੈਸ ਆ ਰਿਹਾ। ਵੀ ਜਸਟ ਐਕਸਪਲੇਨ। ਤਾਂ ਦੁਬਾਰਾ ਦੇਖ ਸਕਦੇ ਹੋ ਐਪਰੈਂਟ ਵੇਟ ਪੋਲਸ 'ਤੇ ਜ਼ਿਆਦਾ ਔਰ ਇਕੁਏਟਰ 'ਤੇ ਕੀ ਹੋਊਗਾ ਘੱਟ ਹੋਊਗਾ। ਇਹਦਾ ਰੀਜ਼ਨ ਕੀ ਹੈ, ਅਰਥ ਇਜ਼ ਨੋਟ ਏ ਪਰਫੈਕਟ ਸਫੀਅਰ, ਇਕੁਏਟਰ ਦਾ ਰੇਡੀਅਸ ਜ਼ਿਆਦਾ ਹੈਗਾ, ਦੈਟ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ
ਗ੍ਰੈਵਿਟੀ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦੀ ਸਕੇਅਰ ਆਫ ਰੇਡੀਅਸ ਆਫ ਦੀ ਅਰਥ। ਠੀਕ ਹੈ, ਪੋਲਸ ਦਾ ਰੇਡੀਅਸ ਘੱਟ ਹੈ ਔਰ ਦਾ ਇਕੁਏਟਰ ਦਾ ਰੇਡੀਅਸ ਜ਼ਿਆਦਾ, ਤਾਂ ਕਰਕੇ ਵੇਟ ਕੀ ਹੈ ਲੈਸ ਨਜ਼ਰ ਆਏਗਾ। ਅਗੇਨ ਇਨ ਦਿਸ ਡਾਇਗਰਾਮ ਵੀ ਹੈਵ ਐਕਸਪਲੇਨ ਕਿ ਇਕੁਏਟਰ 'ਤੇ ਗ੍ਰੈਵਿਟੀ ਕਿਆ ਹੋਏਗੀ ਤੁਹਾਡੀ ਲੈਸ, ਅਤੇ ਪੋਲਸ 'ਤੇ ਕੀ ਹੋਏਗੀ ਜ਼ਿਆਦਾ, ਇਸ ਕਰਕੇ ਪੋਲਸ 'ਤੇ ਤੁਹਾਡਾ ਭਾਰ ਕੀ ਹੈ ਜ਼ਿਆਦਾ ਹੋਏਗਾ। ਅਤੇ ਫਿਰ ਦਿਖਾਇਆ ਕਿ ਪੋਲਸ ਵਾਲਾ ਰੇਡੀਅਸ 3950 ਮੀਟਰ ਹੈ ਔਰ ਇਕੁਏਟਰ ਵਾਲਾ ਥੋੜ੍ਹਾ ਜਿਹਾ ਜ਼ਿਆਦਾ ਹੈਗਾ ਰੇਡੀਅਸ, ਤਾਂ ਕਰਕੇ ਗ੍ਰੈਵਿਟੀ ਦਾ ਫਰਕ ਪੈਂਦਾ ਹੈਗਾ। ਔਰ ਮੂਨ 'ਤੇ ਜਾਈਏ ਅਸੀਂ, ਠੀਕ ਹੈ, ਮੂਨ 'ਤੇ ਅਰਥ ਵੀ ਇੱਕ ਦੂਸਰੇ ਨੂੰ ਗ੍ਰੈਵੀਟੇਸ਼ਨਲ ਪੁੱਲ ਦੇ ਨਾਲ ਅਟਰੈਕਟ ਕਰ ਰਹੇ ਆ, ਫੋਰਸ ਆਫ ਅਟਰੈਕਸ਼ਨ ਹੈਗੀ ਹੈ। ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਔਨ ਦੀ ਅਰਥ ਕਿੰਨਾ ਹੈਗਾ 9.8 ਮੀਟਰ ਪਰ ਸਕੇਅਰ। ਠੀਕ, ਦੈਟਸ ਵਾਈ ਮੂਨ ਵਿਲ ਅਟਰੈਕਟ। ਨਾਓ ਵੀ ਵਿਲ ਸੀ ਵਟ ਇਜ਼ ਦੀ ਸੈਂਟਰੀਫਿਊਗਲ ਫੋਰਸ। ਤਾਂ ਜਦੋਂ ਅਸੀਂ ਕਿਸੇ ਓਬਜੈਕਟ ਨੂੰ ਘੁਮਾਉਂਦੇ ਹਾਂ, ਠੀਕ ਹੈ, ਇਹ ਟੋਪਿਕ ਇੱਥੇ ਕਿਉਂ ਲਿਆ, ਕਿਉਂਕਿ ਗ੍ਰੈਵਿਟੀ ਦੇ ਕਰਕੇ ਸੈਟੇਲਾਈਟ ਜਿਹੜੇ ਹੈਗੇ ਦੇ ਰਿਵੋਲਵ ਇਨ ਦੀ ਔਰਬਿਟਲ ਡਿਊ ਟੂ ਸੈਂਟਰੀਫਿਊਗਲ ਫੋਰਸ ਔਰ ਡਿਊ ਟੂ ਗ੍ਰੈਵਿਟੀ। ਵੈਸੇ ਫੋਰਸ ਵਾਲੇ ਲੈਸਨ 'ਚ ਆਉਂਦਾ ਹੈਗਾ ਸੈਂਟਰੀਪੀਟਲ ਫੋਰਸ। ਅਸੀਂ ਇੱਕ ਥਰੈਡ ਦੇ ਨਾਲ ਲੈ ਕੇ ਸਟੋਨ ਨੂੰ ਘੁਮਾਉਂਦੇ ਹਾਂ ਤਾਂ ਉਹ ਸਰਕੂਲਰ ਘੁੰਮੇਗਾ, ਉਹਦੇ ਉੱਤੇ ਇਨਸਾਈਡ ਸਰਕਲ ਦੇ ਇਨਸਾਈਡ ਉਹਦੇ ਸੈਂਟਰੀਫਿਊਗਲ ਫੋਰਸ ਲੱਗ ਰਹੀ ਹੈ। ਔਰ ਅਗਰ ਅਸੀਂ ਉਹਨੂੰ ਛੱਡ ਦਿੰਦੇ ਹਾਂ ਤਾਂ ਜੋ ਸਟੋਨ ਹੈ ਉਹ ਕਿੱਧਰ ਜਾਏਗਾ ਟੈਂਜੈਂਟਲੀ। ਠੀਕ ਹੈ, ਸੈਂਟਰੀਪੀਟਲ ਫੋਰਸ ਦਿਖਾਈ ਹੈਗੀ ਹੈ। ਸੈਂਟਰੀਫਿਊਗਲ ਫੋਰਸ ਅਤੇ ਵੈਲੋਸਿਟੀ ਜਿਹੜੀ ਹੈਗੀ ਹੈ ਉਹਦੀ ਦੇ ਆਰ ਪਰਪੈਂਡੀਕੂਲਰ ਟੂ ਈਚ ਅਦਰ। ਹਾਊ ਦੀ ਸੈਟੇਲਾਈਟ ਰਿਵੋਲਵ ਅਰਾਊਂਡ ਦੀ ਸਨ, ਕਿਵੇਂ ਰਿਵੋਲਵ ਕਰਨਗੇ ਡਿਊ ਟੂ ਫੋਰਸ ਸੈਟੇਲਾਈਟ ਕੀ ਆ ਘੁੰਮ ਰਹੇ ਹੈਗੇ ਆ ਅਰਾਊਂਡ ਦੀ ਅਰਥ ਡਿਊ ਟੂ ਫੋਰਸ ਆਫ ਅਟਰੈਕਸ਼ਨ। ਠੀਕ ਹੈ, ਇਹ ਸੈਂਟਰੀਪੀਟਲ ਫੋਰਸ ਦੇ ਕਰਕੇ ਯੂ ਕੈਨ ਸੇ। ਅਗੇਨ ਜੀ ਦੀ ਵੈਲਿਊ ਕੈਲਕੂਲੇਸ਼ਨਸ ਕਿਵੇਂ ਕਰਨੀਆਂ ਹੈਗੀਆਂ, ਹਾਊ ਜੀ ਕਮ ਇਕੁਅਲ ਟੂ ਦੀ ਮਾਸ ਐਂਡ ਰੇਡੀਅਸ। ਹੇਅਰ ਦੀ ਵੇਟਲੈਸਨੈਸ, ਵੇਟ ਕੀ ਹੈ, ਫੋਰਸ ਨੂੰ ਅਸੀਂ ਵੇਟ ਵੀ ਲਿਖ ਸਕਦੇ ਹਾਂ, ਮਾਸ ਦੀ ਪ੍ਰੋਡਕਟ ਅਪੋਨ ਰੇਡੀਅਸ ਦਾ ਸਕੇਅਰ ਡਿਸਟੈਂਸ ਬਿਟਵੀਨ। ਠੀਕ ਹੈ, ਤਾਂ ਦਾ ਜੀ ਦੀ ਵੈਲਿਊ ਅਸੀਂ ਰੇਡੀਅਸ ਆਫ ਅਰਥ ਅਤੇ ਮਾਸ ਆਫ ਅਰਥ ਪੁੱਟ ਕਰਦੇ ਹਾਂ ਤਾਂ ਜੀ ਦੀ ਵੈਲਿਊ ਕਿੰਨੀ ਆ ਜਾਂਦੀ ਹੈ 9.8 ਮੀਟਰ ਪਰ ਸਕੇਅਰ ਆ ਜਾਂਦੀ ਹੈਗੀ ਹੈ। ਯੂ ਕੈਨ ਕੈਲਕੂਲੇਟ ਦੀ ਫੋਰਸ, ਵਨ ਗਰਲ ਇਜ਼ ਸਿਟਿੰਗ ਔਨ ਦੀ ਟੇਬਲ ਐਗਜ਼ਰਟਿੰਗ ਹੈਵਿੰਗ 55 kg ਮਾਸ ਹੈ ਉਹਦਾ, ਤਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ 9.8 ਹੋ ਗਿਆ। ਉਹ ਕਿੰਨੀ ਫੋਰਸ ਲਗਾ ਰਹੀ ਹੈ ਇਨ ਦੀ ਸਿਟਿੰਗ ਪੋਜੀਸ਼ਨ 539 ਨਿਊਟਨ। ਦਿਸ ਵੇ ਯੂ ਕੈਨ ਡੂ ਦੀ ਨੂਮੈਰੀਕਲਸ। ਦੀ ਵੈਲਿਊ ਆਫ ਗ੍ਰੈਵੀਟੇਸ਼ਨਲ ਵੈਰੀਜ਼ ਫਰੋਮ ਡਿਸਟੈਂਸ ਐਜ਼ ਗੋਇੰਗ ਡਾਊਨ ਦੀ ਡੀਪ। ਰੇਡੀਅਸ ਜੋ ਹੈ ਡਿਕਰੀਜ਼ ਕਰਦਾ ਤਾਂ ਗ੍ਰੈਵਿਟੀ ਕਿਆ ਹੋਏਗੀ ਇਨਕਰੀਜ਼ ਹੋ ਜਾਂਦੀ ਹੈਗੀ ਹੈ। ਬੇਸਿਕਲੀ ਵੈਸੇ ਇਹਦੀ ਐਗਜ਼ੈਕਟ ਵੈਲਿਊ ਕਿੰਨੀ ਹੁੰਦੀ ਹੈ 9.79909 ਮੀਟਰ ਸਕੇਅਰ, ਪਰ ਅਸੀਂ ਐਗਜ਼ੈਕਟ ਵੈਲਿਊ ਕਿੰਨੀ ਲੈਂਦੇ ਹਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੀ ਐਟ 9.8 ਮੀਟਰ ਸਕੇਅਰ। You can do the calculations also putting the mass of earth and radius between the। ਠੀਕ ਹੈ, ਅਸੀਂ ਫੋਰਸ ਔਰ ਗ੍ਰੈਵੀਟੇਸ਼ਨਲ ਐਕਸਲਰੇਸ਼ਨ ਵਗੈਰਾ ਕੱਢ ਸਕਦੇ ਹਾਂ ਦੋਨੋਂ ਇਕੁਏਸ਼ਨਸ ਨੂੰ ਇਕੁਅਲ ਕਰਕੇ ਵੇਟ ਇਕੁਏਸ਼ਨ 'ਤੇ। ਗ੍ਰੈਵਿਟੀ, ਵਟ ਇਜ਼ ਦੀ ਗ੍ਰੈਵਿਟੀ, ਦੈਟ ਇਜ਼ ਦੀ ਫੋਰਸ ਇਫੈਕਟ। ਠੀਕ ਹੈ, ਜਿਹਦੇ ਨਾਲ ਅਪੋਨ ਦੀ ਮਾਸ, ਕਿਸੇ ਵੀ ਮਾਸ ਨੂੰ ਅਰਥ ਜੋ ਹੈ ਗ੍ਰੈਵੀਟੇਸ਼ਨਲ ਨਾਲ ਖਿੱਚਦੀ ਹੈ। ਦਿਸ ਵੇ ਯੂ ਕੈਨ ਆਲਸੋ ਕੈਲਕੂਲੇਟ ਦੀ ਗ੍ਰੈਵਿਟੀ ਫੋਰਸ ਬਾਏ ਮਾਸ, ਦੈਟ ਇਜ਼ ਗ੍ਰੈਵਿਟੀ। ਦੀਜ਼ ਆਰ ਦੀ ਫਰੀਲੀ ਫਾਲਿੰਗ ਓਬਜੈਕਟ, ਟੂ ਫਰੀਲੀ ਫਾਲਿੰਗ ਓਬਜੈਕਟ ਹੈਗੀਆਂ ਤਾਂ ਦੇ ਵਿਲ ਆਲਸੋ ਐਗਜ਼ਰਟ, ਇਹ ਇਹਨਾਂ 'ਤੇ ਵੀ ਇੱਕ ਗ੍ਰੈਵੀਟੇਸ਼ਨਲ ਫੋਰਸ ਲੱਗਦੀ ਹੈ ਐਜ਼ ਦੇ ਕਮ ਨੀਅਰ ਦੀ ਅਰਥ ਸਪੀਡ ਇਨਕਰੀਜ਼ਜ਼। ਜਿਹੜੀਆਂ ਫਰੀਲੀ ਫਾਲਿੰਗ ਓਬਜੈਕਟਸ ਹੈਗੀਆਂ ਨਿਗਲੈਕਟ, ਏਅਰ ਰੈਜ਼ਿਸਟੈਂਸ ਨੂੰ ਨਿਗਲੈਕਟ ਕਰ ਦਿੰਦੇ ਹਾਂ। ਠੀਕ ਹੈ, ਲਾਈਕ ਯੂ ਕੈਨ ਸੀ ਕਿ ਇਹਨਾਂ 'ਤੇ ਐਕਸਲਰੇਸ਼ਨ ਕੱਢਣੀ ਹੈਗੀ ਹੈ। ਇੱਕ ਫਰੀਲੀ ਫਾਲਿੰਗ ਓਬਜੈਕਟ ਹੈ ਜਿਹਦੇ ਉੱਤੇ 1000 ਨਿਊਟਨ ਲੱਗ ਰਹੀ ਹੈਗੀ ਹੈ ਫੋਰਸ, ਅਤੇ ਉਹਦਾ ਮਾਸ ਕਿੰਨਾ 100, ਤਾਂ ਐਕਸਲਰੇਸ਼ਨ ਕੀ ਆ ਉਹਨੂੰ
ਡਾਊਨਵਰਡ ਉਹਦੇ ਉੱਤੇ ਲੱਗੇਗੀ। ਵਾਈ ਦੀ ਟਾਈਡਸ ਅਕਰ ਵੈਨ ਦੀ ਮੂਨ ਕਮਸ ਨੀਅਰ ਟੂ ਦੀ ਅਰਥ ਡਿਊ ਟੂ ਰੋਟੇਸ਼ਨ ਆਫ ਅਰਥ ਯੂ ਕੈਨ ਸੇ। ਤਾਂ ਇਹਦੇ ਕਰਕੇ ਕੀ ਹੋਣਗੀਆਂ ਟਾਈਡਸ, ਟਾਈਡਲ ਵੇਵਸ ਅਰਾਈਜ਼ਸ। ਤਾਂ ਰੋਟੇਸ਼ਨ ਆਫ ਅਰਥ ਕੋਜ਼ਸ ਦੀ tidal waves. These were all videos again repeated. You can see कि ड्यू टू रोटेशन ऑफ अर्थ एंड सन दे करके जो है टाइडल वेव्स प्रोड्यूस होंदियां हैं। देयर इज फोर्स ऑफ अट्रैक्शन बिटवीन द अर्थ एंड मून एंड दिस शोज़ कि जो सन है मून है अर्थ दे सराउंड घूमता हैगा ਤਾਂ ਕਿੱਦਾਂ ਗ੍ਰੈਵੀਟੇਸ਼ਨਲ ਪੁੱਲ ਇੰਟਰੋਡਿਊਸ ਹੁੰਦਾ ਹੈਗਾ। ਅਗੇਨ ਹਾਊ ਦੀ ਟਾਈਡਸ ਆਰ ਪ੍ਰੋਡਿਊਸ ਵੈਨ ਦੀ ਮੂਨ ਕਮ ਨੀਅਰ ਟੂ ਦੀ ਅਰਥ। ਠੀਕ ਹੈ, ਤਾਂ ਇੱਦਾਂ ਦੈਟ ਵਿਲ ਅਟਰੈਕਟ ਦੀ ਡਿਊ ਟੂ ਗ੍ਰੈਵੀਟੇਸ਼ਨਲ ਪੁੱਲ ਆਫ ਦੀ ਮੂਨ। ਤਾਂ ਵਾਟਰ ਜੋ ਹੈ ਅਟਰੈਕਟ ਹੋਏਗਾ ਟੂਵਰਡ ਦੀ ਗ੍ਰੈਵਿਟੀ, ਦੈਟਸ ਵਾਈ ਦੀ ਟਾਈਡਲ ਵੇਵਸ ਅਕਰ। ਠੀਕ ਹੈ, ਆ ਦੇਖੋ ਟਾਈਡਲ ਵੇਵਸ प्रोड्यूस हो रही हैं when the moon comes close to the earth. You can also observe from some other diagrams कि मून ਜਦੋਂ ਕੋਲ ਹੁੰਦਾ ਤਾਂ ਵਾਟਰ ਲੈਵਲ ਕੀ ਉੱਪਰ ਹੋ ਜਾਂਦਾ ਹੈਗਾ, ਅਰਥ ਰੋਟੇਟ ਕਰ ਰਹੀ ਹੈਗੀ ਹੈ। that's why due to gravitational pull of the moon the water level rises or the tides are produced. And this is the graph for the freely falling body as the object comes near ਤਾਂ ਗ੍ਰੈਵਿਟੀ ਦੇ ਕਰਕੇ ਇਹਦੀ ਵੈਲੋਸਿਟੀ ਕੀ ਹੈ ਇਨਕਰੀਜ਼ ਹੋ ਜਾਂਦੀ ਹੈ। ਅਗੇਨ ਪਹਿਲਾਂ ਸਲੋਲੀ ਮੂਵ ਕਰ ਰਹੀ ਹੈ, ਜਿਵੇਂ ਜਿਵੇਂ ਨੀਚੇ ਆ ਰਹੀ ਹੈਗੀ ਓਬਜੈਕਟ ਤਾਂ ਡਿਊ ਟੂ ਗ੍ਰੈਵਿਟੀ ਅਟਰੈਕਸ਼ਨ ਦੇ ਕਰਕੇ ਇਹਦੀ ਸਪੀਡ ਕਿਆ ਹੈ ਇਨਕਰੀਜ਼ ਹੋ ਜਾਂਦੀ ਹੈ ਕਿਸੇ ਵੀ ਫਰੀਲੀ ਫਾਲਿੰਗ ਓਬਜੈਕਟ ਦੀ। ਇੱਥੇ ਵੀ ਤੁਸੀਂ ਦੇਖ ਸਕਦੇ ਹੋ ਅਗਰ ਅਸੀਂ ਦੋ ਇਕੁਅਲ ਸਾਈਜ਼ ਦੀਆਂ ਅਨਇਕੁਅਲ ਸਾਈਜ਼ ਦੀਆਂ, ਠੀਕ ਹੈ, ਇੱਕ ਵੱਡੀ ਓਬਜੈਕਟ ਹੈਗੀ ਹੈ ਇੱਕ ਛੋਟੀ, ਉਹਨਾਂ ਨੂੰ ਫਾਲ ਕਰਾਉਂਦੇ ਹਾਂ ਫਰੋਮ ਦੀ ਬਿਲਡਿੰਗ। ਦੋਨੋਂ ਇੱਕੋ ਟਾਈਮ 'ਤੇ ਮਤਲਬ ਇਕੁਅਲੀ ਟਾਈਮ 'ਤੇ ਪਹੁੰਚਣਗੀਆਂ ਕਿਉਂਕਿ ਉਹਨਾਂ 'ਤੇ ਬਰਾਬਰ ਦੀ ਐਕਸਲਰੇਸ਼ਨ ਲੱਗ ਰਹੀ ਹੈ, ਤਾਂ ਉਹਨਾਂ ਦੇ ਮਾਸ 'ਤੇ ਨਹੀਂ ਡਿਪੈਂਡ ਕਰ ਰਹੀ ਹੈਗੀ। ਠੀਕ ਹੈ, ਦੋਨੋਂ ਇਕੱਠੀਆਂ ਹੀ ਇੱਕੋ ਟਾਈਮ 'ਤੇ ਗਿਰਨਗੀਆਂ। ਤਾਂ ਇਹ ਫਰੀਲੀ ਫਾਲਿੰਗ ਦਾ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਡਿਊ ਟੂ ਗ੍ਰੈਵਿਟੀ। ਇਹ ਵੀ ਅਸੀਂ ਇੱਕ ਐਕਸਪੈਰੀਮੈਂਟਲੀ ਦੇਖ ਰਹੇ ਹਾਂ, ਦੋ ਓਬਜੈਕਟਸ ਜਿਹਦਾ ਮਾਸ ਜ਼ਿਆਦਾ ਹੈ ਉਹਦੇ ਉੱਤੇ ਗ੍ਰੈਵਿਟੀ ਕੀ ਆ ਜ਼ਿਆਦਾ ਲੱਗੀ, ਉਹ ਪਹਿਲਾਂ ਨੀਚੇ ਆ ਗਈ, ਛੋਟੀ ਚੀਜ਼ ਦੇਰ ਨਾਲ ਆਈ। ਠੀਕ, ਇਹ ਸਪੇਸ ਦੇ ਵਿੱਚ ਹੈ, ਵੈਕਿਊਮ ਦੇ ਵਿੱਚ। ਠੀਕ ਆ, ਤਾਂ ਇਹਨਾਂ 'ਤੇ ਗ੍ਰੈਵਿਟੀ ਦੀ ਮਤਲਬ ਏਅਰ ਰਜਿਸਟੈਂਸ ਨਹੀਂ ਸੀਗੀ। ਇਹ ਵੀ ਦੇਖ ਸਕਦੇ ਹੋ ਫਰੀਲੀ ਫਾਲਿੰਗ ਓਬਜੈਕਟ ਹੈਗੀ ਹੈ। ਠੀਕ ਹੈ, ਇਹ ਮੈਨ ਕਲਾਈਮ ਫਰੋਮ ਦੀ ਹੈਲੀਕਾਪਟਰ ਨਾਓ ਯੂ ਕੈਨ ਸੀ। ਤਾਂ ਉਹਦਾ ਗ੍ਰੈਵਿਟੀ ਨੀਚੇ ਕਰਨੀ ਲੱਗ ਰਹੀ ਹੈ, ਫੋਰਸ ਜਦੋਂ ਬਰਾਬਰ ਹੋ ਜਾਂਦੀ ਹੈ ਤਾਂ ਬੈਲੈਂਸ ਹੋ ਜਾਏਗਾ। ਜਦੋਂ ਗ੍ਰੈਵਿਟੀ ਜ਼ਿਆਦਾ ਹੋਏਗੀ ਤਾਂ ਉਹ ਕੀ ਹੈ ਨੀਚੇ ਆ ਜਾਂਦਾ ਹੈ। ਦਿਸ ਵੇ ਯੂ ਕੈਨ ਸੀ ਪੈਰਾਸ਼ੂਟ ਉਹਦਾ ਖੁੱਲ੍ਹ ਜਾਂਦਾ। ਜਦੋਂ ਕਦੋਂ ਖੁੱਲ੍ਹੇਗਾ ਜਦੋਂ ਫੋਰਸ ਆਫ ਗ੍ਰੈਵਿਟੀ ਅਤੇ ਫੋਰਸ ਆਫ ਏਅਰ ਇਕੁਅਲ ਹੋਏਗੀ, ਦੈਨ ਹੀ ਵਿਲ ਬੀ ਇਨ ਦੀ ਏਅਰ। ਤਾਂ ਇਹ ਫਰੀਲੀ ਫਾਲਿੰਗ ਦੀ ਅਸੀਂ ਐਗਜ਼ਾਮਪਲ ਲੈ ਸਕਦੇ ਹੈਗੇ ਹਾਂ ਵੈਨ ਦੇ ਓਬਜੈਕਟ ਫਾਲਜ਼ ਫਰੀਲੀ। ਯੂ ਕੈਨ ਸੀ ਦੀ ਟੂ ਓਬਜੈਕਟਸ। ਠੀਕ ਹੈ, ਇੱਥੇ ਦੇਖ ਸਕਦੇ ਹੋ ਜਿਹੜੀ ਹੈਵੀ ਚੀਜ਼ ਹੈ ਉਹ ਪਹਿਲਾਂ ਨੀਚੇ ਆ ਗਈ, ਫੈਦਰ ਕੀ ਹੈ ਥੋੜ੍ਹੀ ਦੇਰ ਬਾਅਦ ਆਇਆ ਕਿਉਂਕਿ ਏਅਰ ਰਜਿਸਟੈਂਸ ਲੱਗ ਰਹੀ ਹੈ। ਫੈਦਰ 'ਤੇ ਕਿਆ ਲੱਗ ਰਹੀ ਹੈਗੀ ਹੈ ਏਅਰ ਰਜਿਸਟੈਂਸ, ਤਾਂ ਕਰਕੇ ਉਹ ਥੋੜ੍ਹੀ ਜਿਹੀ ਦੇਰ ਬਾਅਦ ਨੀਚੇ ਆਏਗਾ। ਠੀਕ ਆ, ਤਾਂ ਇਹ ਗ੍ਰੈਵਿਟੀ ਦੀਆਂ ਐਗਜ਼ਾਮਪਲਸ ਹੈਗੀਆਂ। ਐਂਡ ਦੀ ਓਬਜੈਕਟ ਇਜ਼ ਰੋਟੇਟਿੰਗ ਇਨ ਦੀ ਸਰਕੂਲਰ ਪਾਥ। ਠੀਕ ਆ, ਉਹਦੇ ਉੱਤੇ ਕੀ ਲੱਗ ਰਹੀ ਹੈਗੀ ਹੈ ਸੈਂਟਰੀਪੀਟਲ ਫੋਰਸ, ਅਤੇ ਉਹਦੀ ਜੋ ਵੈਲੋਸਿਟੀ ਹੈ ਮੋਸ਼ਨ ਹੈ ਦੇ ਆਰ ਫੋਰਸ ਉਹਦੇ ਉੱਤੇ ਟੈਂਜੈਂਟਲੀ ਲੱਗੇਗੀ। ਔਨ ਰਿਲੀਜ਼ਿੰਗ ਇਟ ਵਿਲ ਗੋ tangentially. And now again the what is the orbital जो है circular path in which the objects move periodically, that is known as the orbital or grap ਤੁਹਾਨੂੰ ਕਹਿ ਸਕਦੇ ਹਾਂ ਅਸੀਂ। ਠੀਕ ਹੈ, ਇਹ ਜ਼ਿਆਦਾ ਸਮਝਣ ਵਾਲਾ ਲੈਸਨ ਹੈਗਾ, ਤਾਂ ਤੁਸੀਂ ਇਹਨੂੰ ਕਿਆ ਕਹੋਗੇ। ਨਾਓ ਦੀ ਕੈਪਲਰ ਲਾ, ਜਦੋਂ ਅਰਥ ਹੈ ਸਨ ਦੇ ਤੋਂ ਦੂਰ ਹੁੰਦੀ ਹੈ,
ਠੀਕ ਹੈ, ਔਰ ਜਾਂ ਨੇੜੇ ਹੈ ਤਾਂ ਇਕੁਅਲ ਏਰੀਆ ਕਵਰ ਕਰੇਗੀ। ਇਹਦਾ ਜੋ ਏਰੀਆ ਹੈਗਾ ਇਨ ਦੀ ਔਰਬਿਟਲ, ਦੈਟ ਇਜ਼ ਦੀ ਕੈਪਲਰ ਲਾ। ਮੀਨਸ ਟਾਈਮ ਪੀਰੀਅਡ ਜਿਹੜਾ ਹੈਗਾ, ਟਾਈਮ ਪੀਰੀਅਡ ਦਾ ਸਕੇਅਰ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦੀ ਰੇਡੀਅਸ ਦੇ ਟਿਊਬ ਦੇ ਇਕੁਅਲ ਹੋਏਗਾ। ਕੈਪਲਰ ਸੈਕਿੰਡ ਲਾ ਕਿਆ ਹੈਗਾ, ਜੋ ਵੀ ਹੈ ਸਨ ਦੇ ਅਰਾਊਂਡ ਅਰਥ ਵਗੈਰਾ ਉਹ ਇਲਿਪਟੀਕਲ ਪਾਥ 'ਚ ਘੁੰਮ ਰਹੀ ਹੈਗੀਆਂ, ਤਾਂ ਉਹਦੇ ਉੱਤੇ ਫੋਰਸ ਆਫ ਅਟਰੈਕਸ਼ਨ ਲੱਗ ਰਹੀ ਹੈਗੀ ਹੈ। ਜਦੋਂ ਅਰਥ ਸਨ ਦੇ ਬਿਲਕੁਲ ਕਲੋਜ਼ ਹੁੰਦੀ ਹੈ, ਠੀਕ ਹੈ, ਤਾਂ ਏਰੀਆ ਕਵਰਡ ਕਿਹਦੇ ਇਕੁਅਲ ਹੋਏਗਾ, ਜਿੰਨਾ ਜਦੋਂ ਦੂਰ ਹੈਗੀ ਹੈ। ਜਦੋਂ ਅਰਥ ਨੇੜੇ ਹੈਗੀ ਹੈ ਸਨ ਦੇ ਤਾਂ ਉਹਦੀ ਵੈਲੋਸਿਟੀ ਇਨਕਰੀਜ਼ ਹੋ ਜਾਂਦੀ ਹੈ, ਸਪੀਡ। ਜਦੋਂ ਦੂਰ ਹੈ ਤਾਂ ਉਹਦੀ ਸਪੀਡ ਕੀ ਹੈ, ਘੱਟ ਜਾਂਦੀ ਹੈਗੀ ਹੈ। ਤੁਸੀਂ ਦੇਖ ਸਕਦੇ ਹੋ ਸਨ ਇਜ਼ ਐਟ, ਮਤਲਬ ਸਪੀਡ ਅਰਥ ਦੀ, ਜਦੋਂ ਅਰਥ ਦੂਰ ਹੈ ਸਲੋ, ਜਦੋਂ ਸਨ ਦੇ ਨੇੜੇ ਆਉਂਦੀ ਹੈ ਤਾਂ ਉਹਦੀ ਸਪੀਡ ਕਿਆ ਹੋ ਜਾਂਦੀ ਹੈ, ਤੇਜ਼ ਹੋ ਜਾਂਦੀ ਹੈ। ਦੇਖਿਓ ਸਪੀਡ ਕਿਆ ਹੋ ਗਈ, ਤੇਜ਼ ਹੋ ਗਈ ਜਦੋਂ। ਤਾਂ ਇਹੀ ਕੈਪਲਰ ਲਾ ਹੈ, ਕਿਉਂਕਿ ਟਾਈਮ ਸਕੇਅਰ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦੀ ਰੇਡੀਅਸ, ਜਿੰਨਾ ਰੇਡੀਅਸ ਹੈਗਾ ਬਿਟਵੀਨ ਦੀ ਅਰਥ ਐਂਡ ਸਨ। ਤਾਂ ਦੇਖ ਸਕਦੇ ਹੋ ਕੈਪਲਰ ਲਾ ਨੂੰ ਅੱਛੀ ਤਰ੍ਹਾਂ। ਦਿਸ ਸ਼ੋਜ਼ ਕਿ ਜੋ ਮੂਨ ਹੈਗਾ ਉਹ ਅਰਥ ਦੇ ਸਰਾਊਂਡ ਘੁੰਮ ਰਿਹਾ, ਔਰ ਅਰਥ ਸਨ ਦੇ ਸਰਾਊਂਡ ਡਿਊ ਟੂ ਗ੍ਰੈਵਿਟੀ ਇਹਨਾਂ 'ਚ ਇੱਕ ਫੋਰਸ ਆਫ ਅਟਰੈਕਸ਼ਨ ਹੈਗੀ ਹੈ। ਦੈਟਸ ਵਾਈ ਇਟ ਵਿਲ ਮੂਵਿੰਗ ਅਰਾਊਂਡ ਦੀ ਅਰਥ, ਮੂਨ ਇਜ਼ ਰਿਵੋਲਵਿੰਗ ਅਰਾਊਂਡ ਦੀ sun. This again I put some more slides ਕਿ ਸਪੀਡ ਕੈਪਲਰ ਲਾ ਨੂੰ ਰਿਪਰਜੈਂਟ ਕਰ ਰਹੀ ਹੈਗੀ ਹੈ ਸਲਾਈਡ, ਕਿ ਜਦੋਂ ਸਪੀਡ ਅਵੇ ਫਰੋਮ ਦੀ ਅਰਥ ਸਨ ਹੈਗੀ ਹੈ ਡਿਕਰੀਜ਼ਸ, ਜਦੋਂ ਇਹ ਨੇੜੇ ਆਉਂਦੀ ਆ ਤਾਂ ਘੱਟ ਜਾਂਦੀ ਹੈ। ਵੇਟ ਇਕੁਏਸ਼ਨ ਹੈਗੀ ਆ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ। ਮੋਨਿਕਾ ਮਹਿਤਾ, GSS ਲੋਹਗੜ੍ਹ। Thank you for watching the, hope you understand this is all about the topic.